क्योंकि ये वो लोगों वांगू नहीं ਜਿਹੜੇ कोई जाके संभू बैरीअल ते जाए उत्थों मुड़िया ट्रैक्टर ਨੂੰ ਅੱਗ ਲਾਤੀ। ਇਹ ਮੋਦੀ ਨੂੰ ਵੀ ਭੁਲੇਖਾ ਹੈ ਵੀ ਇਹ ਕਿਸਾਨ ਹੌਲੀ ਹੌਲੀ ਥੱਕ ਜਾਣਗੇ, ਹੰਬ ਜਾਣਗੇ, ਵੀ ਘਰਾਂ ਨੂੰ ਚਲੇ ਜਾਣਗੇ। ਇਹ ਭੁਲੇਖਾ ਕੱਢਦੇ ਮੋਦੀ ਸਰਕਾਰ ਵੀ, ਕਿਉਂਕਿ ਅਸੀਂ ਗੋਲਣੀਆਂ ਲਵਾ ਕੇ ਹਟਾਂਗੇ। ਚੰਡੀਗੜ੍ਹ ਕੀ ਲੈਣਗੇ ਸੀ? ਉਹ ਚੰਡੀਗੜ੍ਹ ਦਾ ਮਤਲਬ ਹੀ ਨਹੀਂ ਜਾਣਦਾ ਉੱਥੇ। ਕੋਈ ਲੜਾਈ ਤਾਂ ਸਾਡੀ ਸੈਂਟਰ ਨਾਲ ਹੈ। ਉਹ ਕੈਪਟਨ ਕੰਨੀ ਆਉਂਦੇ, ਕੈਪਟਨ ਉਹਨਾਂ ਨੂੰ ਇੰਦੀ ਜਾਂਦਾ, ਉਹਨਾਂ ਨੂੰ ਇੰਦੀ ਜਾਂਦਾ। ਜੇ ਚੱਲਣਾ ਤਾਂ ਦਿੱਲੀ ਵੱਲ ਨੂੰ ਕਰਨ, ਉਹ ਮਾਰਚ ਜੇ ਕੁਛ ਕਰਨਾ ਹੀ ਲੜਨ। ਚਾਹੇ ਉਹ ਰਾਹੁਲ ਗਾਂਧੀ ਹੈ, ਚਾਹੇ ਕੋਈ ਵੀ, ਉੱਥੇ ਵੀ ਸਾਨੂੰ ਘੇਰਿਓ, ਅਸੀਂ ਉੱਥੋਂ ਤੱਕ ਕਿਰਾਂ ਪਹੁੰਚ ਜਾਵਾਂਗੇ। ਉੱਥੇ ਲਾਠੀ ਚਾਰਜ ਤਾਂ ਮੇਰੇ ਵਰਗਿਆਂ 'ਤੇ ਹੀ ਹੋਇਆ, ਉਹਨਾਂ ਤਾਂ ਹੋਈ ਨਹੀਂ ਕਿਸੇ 'ਤੇ। ਤਲਵੇ ਚੱਟਣ ਵਾਲੇ ਮੋਦੀ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ। ਉਹ ਅੱਗੇ ਵੇਲਾ ਹੁੰਦਾ ਸੀ ਕਿ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ, ਕਿਸਾਨ ਭੋਲੇ ਹੁੰਦੇ ਸੀ ਜਾਂ ਅਨਪੜ੍ਹ ਹੁੰਦੇ ਸੀ, ਉਹਨਾਂ ਨੂੰ ਇੰਨਾ ਗਿਆਨ ਨਹੀਂ ਸੀ ਹੁੰਦਾ। ਪਰ ਹੁਣ ਕਿਸਾਨ ਸਿਆਣਾ ਹੋ ਚੁੱਕਿਆ। ਹੁਣ ਅਸੀਂ ਧੱਕੇ ਨਾਲ ਧੌਣ 'ਤੇ ਗੋਡਾ ਰੱਖ ਕੇ ਇਹਨਾਂ ਤੋਂ ਬਿੱਲ ਵਾਪਸ ਕਰਾਂਗੇ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸੰਜੀਵ ਕੁਮਾਰ ਸਵਾਗਤ ਕਰਦਾ ਹਾਂ। ਅੱਜ ਅਸੀਂ ਮਾਨਸਾ ਦੇ ਰੇਲਵੇ ਟਰੈਕ ਦੇ ਉੱਤੇ ਪਹੁੰਚੇ ਹਾਂ। ਰਾਤ ਦਾ ਸਮਾਂ 2 ਤਰੀਕ ਹੈ। ਕਿਸਾਨ ਇੱਥੇ ਸੌਣ ਲਈ ਮਜਬੂਰ ਹੋ ਰਹੇ ਨੇ ਲਾਈਨਾਂ ਦੇ ਉੱਪਰ, ਰੇਲਵੇ ਟਰੈਕ ਦੇ ਉੱਪਰ, ਜਿੱਥੇ ਤਪਦੀ ਗਰਮੀ ਹੈ, ਮੱਛਰ ਹੈ, ਫਿਰ ਵੀ ਕਿਸਾਨ ਇੱਥੇ ਲਾਈਨਾਂ ਦੇ ਉੱਤੇ ਸੌਣ ਲਈ ਮਜਬੂਰ ਹੋ ਰਹੇ ਨੇ। ਕਿਉਂ ਹੋ ਰਹੇ ਨੇ? ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ। ਜਿਹੜੇ ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ ਨੇ, ਮੋਦੀ ਸਰਕਾਰ ਜਿਹੜੇ ਇਹ ਕਾਲੇ ਕਾਨੂੰਨਾਂ ਨੂੰ ਪਹਿਲ ਦੇ ਰਹੀ ਹੈ, ਉਹਨਾਂ ਨੂੰ ਲਾਗੂ ਕਰ ਰਹੀ ਹੈ, ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਇਹ ਕਿਸਾਨ ਇੱਥੇ ਇਕੱਠੇ ਹੋ ਕੇ ਅਣਮਿੱਥੇ ਸਮੇਂ ਲਈ ਇਹਨਾਂ ਨੇ ਧਰਨਾ ਲਾਇਆ ਹੋਇਆ ਹੈ। ਰਾਤ ਦਾ ਸਮਾਂ ਦੇਖੋ, ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਬੱਚਿਆਂ ਨਾਲ। ਇਹ ਕਿਸਾਨ ਇਸ ਤਪਦੀ ਗਰਮੀ ਦੇ ਵਿੱਚ ਲਾਈਨਾਂ ਦੇ ਉੱਪਰ ਬੈਠੇ ਨੇ, ਪਰ ਸਰਕਾਰ ਦੇ ਉੱਤੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ। ਸਰਕਾਰ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਨਾ ਪੰਜਾਬ ਸਰਕਾਰ ਨਾ ਸੈਂਟਰ ਸਰਕਾਰ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਾਰੀਆਂ ਸਰਕਾਰਾਂ ਇਕੱਠੀਆਂ ਹੋ ਕੇ ਇਹਨਾਂ ਦਾ ਧਿਆਨ ਦੇਣ, ਇਹਨਾਂ ਦੇ ਝੰਡੇ ਹੇਠ ਆਉਣ, ਤਾਂ ਹੀ ਜਾ ਕੇ ਇਹ ਜਿਹੜਾ ਆਰਡੀਨੈਂਸ ਬਿੱਲ ਹੈ ਇਹ ਰੱਦ ਹੋਊਗਾ। ਜਿਸ ਤਰ੍ਹਾਂ ਦੇਖਿਆ ਜਾਵੇ, ਕਾਂਗਰਸ ਹੈ ਉਹ ਵੀ ਇਹਨਾਂ ਨਾਲ ਇੱਕ ਕੋਝਾ ਮਜ਼ਾਕ ਕਰ ਰਹੀ ਹੈ। ਅਕਾਲੀ ਦਲ ਹੈ ਉਹ ਵੀ ਇਹ ਸਿਆਸਤ ਕਰ ਰਹੀ ਹੈ, ਚੰਡੀਗੜ੍ਹ ਰੈਲੀਆਂ ਕਰ ਕਰਕੇ ਸਿਆਸਤਾਂ ਕਰ ਰਹੀ ਹੈ। ਜਿੱਥੋਂ ਤੱਕ ਦੇਖਿਆ ਜਾਵੇ, ਕਾਂਗਰਸ ਟਰੈਕਟਰ ਫੂਕ ਰਹੀ ਹੈ, ਉਹ ਸਿਆਸਤਾਂ ਕਰ ਰਹੀ ਹੈ ਇਸ ਕਿਸਾਨਾਂ ਨਾਲ। ਇਹ ਭੋਲੇ ਭਾਲੇ ਨੇ, ਅੰਨਦਾਤਾ ਨੇ। ਇਸ ਸਰਕਾਰ ਨੂੰ ਚਾਹੀਦਾ ਹੈ, ਸੈਂਟਰ ਸਰਕਾਰ ਨੂੰ ਚਾਹੀਦਾ ਹੈ, ਜਿਹੜਾ ਇਹ ਕਾਲਾ ਕਾਨੂੰਨ ਇਹਨਾਂ ਨੇ ਲਾਗੂ ਕੀਤਾ ਹੈ, ਇਹਨੂੰ ਤੁਰੰਤ ਰੱਦ ਕੀਤਾ ਜਾਵੇ। ਅਸੀਂ ਗੱਲ ਕਰਦੇ ਹਾਂ ਗੋਰਾ ਸਿੰਘ ਭੈਣੀ, ਜੋ ਮਾਨਸਾ ਦੇ ਰੇਲਵੇ ਟਰੈਕ ਦੇ ਉੱਤੇ ਰਾਤ ਨੂੰ ਸੌਣ ਲਈ ਮਜਬੂਰ ਨੇ। ਗੋਰਾ ਜੀ, ਤੁਹਾਡਾ ਸਵਾਗਤ ਹੈਗਾ ਹਮਦਰਦ ਟੀਵੀ ਤੇ। ਹਾਂਜੀ, ਅਸੀਂ ਅੱਜ ਦੂਜੇ ਦਿਨ ਲਗਾਤਾਰ ਜਿਹੜੀਆਂ ਰੇਲਵੇ ਲਾਈਨਾਂ ਨੇ ਉਹਨਾਂ ਦੇ ਉੱਪਰ ਬੈਠੇ ਹਾਂ। ਰਾਤ ਦਾ ਸਮਾਂ, ਮੱਛਰ ਵੀ ਹੈ, ਗਰਮੀ ਵੀ ਹੈ, ਪਰ ਇਹ ਕਿਸਾਨ ਦ੍ਰਿੜ ਇਰਾਦੇ ਦੇ ਨਾਲ ਇਹ ਭਗਤ ਸਿੰਘ ਦੇ ਵਾਰਸ ਨੇ, ਗੁਰੂ ਗੋਬਿੰਦ ਸਿੰਘ ਦੇ ਵਾਰਸ ਨੇ ਇਹ। ਕਿਉਂਕਿ ਇਹ ਉਹ ਲੋਕਾਂ ਵਾਂਗੂ ਨਹੀਂ ਜਿਹੜੇ ਕੋਈ ਜਾ ਕੇ ਸੰਭੂ ਬੈਰੀਅਲ ਤੇ ਜਾਏ ਉੱਥੋਂ ਮੁੜਿਆ ਟਰੈਕਟਰ ਨੂੰ ਅੱਗ ਲਾਤੀ। ਕੋਈ ਚੰਡੀਗੜ੍ਹ ਜਾ ਕੇ ਆਇਆ, ਆਪ ਦੀ ਉਲਝੇ ਪਏ ਨੇ ਇਹ ਰਾਜਸੀ ਪਾਰਟੀਆਂ ਜਿਹੜੀਆਂ। ਕਿਉਂਕਿ ਪਤਾ ਤਾਂ ਰੜੇ ਮੈਦਾਨ 'ਚ ਲੱਗਦਾ ਵੀ ਕਿਸਾਨਾਂ ਦੀ ਅਗਵਾਈ ਕੌਣ ਕਰਦਾ, ਕਿਸਾਨਾਂ ਖਾਤਰ ਕੌਣ ਲੜਦਾ, ਕਿਸਾਨ ਆਪਦੇ ਹੱਕ ਕਿਵੇਂ ਪ੍ਰਾਪਤ ਕਰਨਗੇ। ਇਹ ਇਹਨਾਂ ਨੂੰ ਭੁਲੇਖਾ ਵੀ ਸ਼ਾਇਦ ਅਸੀਂ ਆਪਦੀਆਂ ਰੋਟੀਆਂ ਸੇਕ ਕੇ ਮੰਨ ਲਓ ਇੰਨਾ ਕੁ ਉਹ ਕਰ ਲਾਂਗੇ। ਇਹ ਤਾਂ ਰੜੇ ਮੈਦਾਨ 'ਚ ਹੀ ਆਉਣਾ ਪਊਗਾ, ਲਾਈਨਾਂ 'ਤੇ ਲਗਾਤਾਰ ਬੈਠਣਾ ਪੈਣਾ, ਜਾਂ ਕਿਸੇ ਪਾਸੇ ਵੀ ਅਸੀਂ ਕੂਚ ਕਰਦੇ ਹਾਂ ਉੱਥੇ ਮੰਨ ਲਓ ਸਾਡੀਆਂ ਜਾਨਾਂ ਵੀ ਲੱਗਦੀਆਂ, ਸਾਰਾ ਕੁਝ ਹੋਊਗਾ। ਇਹ ਮੋਦੀ ਨੂੰ ਵੀ ਭੁਲੇਖਾ ਹੈ ਵੀ ਇਹ ਕਿਸਾਨ ਹੌਲੀ ਹੌਲੀ ਥੱਕ ਜਾਣਗੇ, ਹੰਬ ਜਾਣਗੇ, ਵੀ ਘਰਾਂ ਨੂੰ ਚਲੇ ਜਾਣਗੇ। ਇਹ ਭੁਲੇਖਾ ਕੱਢਦੇ ਮੋਦੀ ਸਰਕਾਰ ਵੀ, ਕਿਉਂਕਿ ਅਸੀਂ ਗੋਲਣੀਆਂ ਲਵਾ ਕੇ ਹਟਾਂਗੇ। ਆਰਡੀਨੈਂਸ ਆ ਜਿਹੜਾ ਉਹ ਵਾਪਸ ਲੈਣਾ ਹੀ ਪਊਗਾ। ਇਹ ਕੋਈ ਪਹਿਲਾ ਇਤਿਹਾਸ ਨਹੀਂ, ਇਹ ਲਾਸਟ ਨਹੀਂ। ਕਿਉਂਕਿ ਸਿੱਖ ਕੌਮ ਦੇ ਨਾਲ ਜਾਂ ਕਿਸਾਨ ਕੌਮ ਕਰ ਲਈਏ, ਕਹਿ ਲਈਏ, ਇਹ ਆਪਦੇ ਜਿਹੜੇ ਮੰਨ ਲਓ ਫੈਸਲੇ ਹੈ ਲਾਗੂ ਕਰਾ ਕੇ ਹਟਦੀ ਹੈ। ਜੇ ਮੋਦੀ ਲੋਕਡਾਊਨ ਦੇ ਵਿੱਚ ਇਹ ਫੈਸਲੇ ਲਾਗੂ ਕਰ ਸਕਦਾ ਤਾਂ ਕਿਸਾਨ ਆ ਜਿਹੜੇ ਗੱਡੀਆਂ ਦੀਆਂ ਲਾਈਨਾਂ 'ਤੇ ਬੈਠ ਕੇ ਉਹ ਰੱਦ ਵੀ ਕਰਾ ਸਕਦੇ ਨੇਗੇ। ਜਿਸ ਤਰ੍ਹਾਂ ਪਹਿਲਾਂ ਅਕਾਲੀ ਦਲ, ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ ਇਹ ਕਹਿ ਰਹੇ ਸੀ ਵੀ ਇਹ ਜਿਹੜਾ ਆਰਡੀਨੈਂਸ ਬਿੱਲ ਹੈ ਇਹ ਬਹੁਤ ਵਧੀਆ ਹੈਗਾ, ਕਿਸਾਨਾਂ ਲਈ ਫਾਇਦਾ ਹੈਗਾ। ਤੁਹਾਨੂੰ ਲੱਗਦਾ ਵੀ ਇਹ ਫਾਇਦੇਦਾਰ? ਨਹੀਂ, ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਉਹਨਾਂ ਨੂੰ ਐਂ ਸੀ ਪਹਿਲਾਂ ਵੀ ਇਹ ਕਿਹੜਾ ਇੱਕ ਵਿਰੋਧ ਹੋਣਾ ਹੈਗਾ, ਵੀ ਉਦੋਂ ਆਪਾਂ ਬੀਜੇਪੀ ਦੇ ਪੱਖ 'ਚ ਰਹਿ ਜਾਾਂਗੇ। ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਤਾਂ ਵਿਰੋਧ ਤਾਂ ਵੱਡਾ ਹੋ ਗਿਆ, ਪਿੰਡਾਂ 'ਚ ਵੀ ਨਹੀਂ ਵੜਨ ਦੇਣਾ, 20 'ਚ ਵੀ ਨਹੀਂ ਜਾਣ ਦੇਣਾ, ਫਿਰ 2022 ਆਉਣੀਆਂ ਇਲੈਕਸ਼ਨਾਂ, ਇਸ ਕਰਕੇ ਉਹ ਫਿਰ ਦੂਸਰੇ ਪਾਸੇ ਹੁਣ ਮਗਰ
ਮਸ ਦੇ ਹੰਝੂ ਹੈ ਜਿਹੜੇ ਉਹ ਬਹਾਉਣ ਲੱਗੇ ਨੇਗੇ। ਕਿਉਂਕਿ ਜੇ ਅਸੀਂ ਕਹਿੰਦੇ ਹਾਂ ਵੀ ਸੱਚੀ ਮਿੱਚੀ ਤੁਸੀਂ ਲੜਾਈ ਲੜਨੀ ਹੈ, ਤੁਸੀਂ ਦਿੱਲੀ ਦੇ ਵਿੱਚ ਬਹਿ ਕੇ ਲੜੋ, ਬਾਹਰ ਪਾਰਲੀਮੈਂਟ ਦੇ ਬਾਹਰ ਕੇ ਬਹਿ ਜਾਓ, ਉੱਥੇ ਕਿਤੇ ਉੱਥੇ ਜਾ ਕੇ ਉਹ ਕਰੋ, ਤੁਹਾਨੂੰ ਤਾਂ ਜਾਣ ਦੇ ਹੀ ਦੇਣਗੇ, ਹੋਰ ਤਾਂ ਕਿਸਾਨਾਂ ਨੂੰ ਕਿਤੇ ਨਹੀਂ ਟੱਪਣ ਦਿੰਦੇ। ਪਰ ਜਦੋਂ ਕਿਸਾਨ ਵੀ ਆਪਦੀ ਆਈ ਤੇ ਆ ਗਏ ਉਹ ਸਾਰਾ ਕੁਝ ਕਰਨਗੇ। ਇਹਨਾਂ ਨੂੰ ਇੱਕ ਲੋਕਾਂ 'ਚ ਵਹਿਮ ਪਾ ਰਹੇ ਨੇ ਵੀ ਅਸੀਂ ਵੀ ਲੜਦੇ ਹਾਂ, ਕਾਂਗਰਸ ਨੂੰ ਹੈ ਵੀ ਅਸੀਂ ਵੀ ਲੜਦੇ ਹਾਂ, ਆਮ ਆਦਮੀ ਨੂੰ ਅਸੀਂ ਵੀ ਲੜਦੇ ਹਾਂ। ਇਹ ਦੇਖ ਇਹਨਾਂ ਨੂੰ ਬੁੱਧੂ ਬਣਾ ਰਹੇ ਆ ਕਿਸਾਨਾਂ ਨੂੰ। ਇਹ ਕਿਸਾਨ ਹੁਣ ਕਿਸੇ ਦੇ ਵੀ ਝਾਂਸੇ ਦੇ ਵਿੱਚ ਆਉਣਗੇ ਨਹੀਂ। ਇਹ ਸਿਰਫ ਤੇ ਸਿਰਫ ਆਪਦੇ ਕਿਸਾਨ ਲੀਡਰ ਆ ਜਿਹੜੇ ਉਹਨਾਂ ਦੇ ਉੱਪਰ ਟੇਕ ਹੈ, ਉਹ ਜਿੱਧਰ ਵੀ ਲਿਜਾਣਗੇ ਉਸੇ ਤਰ੍ਹਾਂ ਕਿਸਾਨ ਇਹ ਜਿਹੜੇ ਸੰਘਰਸ਼ ਨੂੰ ਤੇਜ਼ ਕਰਦੇ ਅੱਗੇ ਨੂੰ ਵਧਣਗੇ। ਜਿਸ ਤਰ੍ਹਾਂ ਕੱਲ ਚੰਡੀਗੜ੍ਹ ਵੱਲ ਅਕਾਲੀ ਦਲ ਨੇ ਰੋਸ ਮਾਰਚ ਕੀਤਾ ਸੀ, ਬੜਾ ਉਹਨਾਂ ਨੇ ਇਕੱਠ ਦਿਖਾਇਆ ਸੀਗਾ, ਤੁਹਾਨੂੰ ਲੱਗਦਾ ਨਹੀਂ ਵੀ ਆਪਦਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਉਹ? ਨਹੀਂ, ਉਹ ਤਾਂ ਲੋਕਾਂ ਨੂੰ ਦਿਖਾਉਂਦੇ ਆ ਵੀ ਅਸੀਂ ਵੀ ਲੜਦੇ ਹਾਂ, ਪਰ ਇਹ ਇਸ ਤਰ੍ਹਾਂ ਨਹੀਂ ਲੜਦੇ ਹੁੰਦੇ। ਕਿਉਂਕਿ ਉਹ ਜੇ ਲੜਨਾ ਹੀ ਉਹਨਾਂ ਨੇ ਉਹ ਲੈਣਾ ਤੇ ਬਹਿ ਜਾਣ, ਕਿਤੇ ਅੱਡੋ ਅੱਡੀ ਬੈਠਣਾ। ਜਿੱਦੇ ਅਸੀਂ ਉੱਤੇ 25 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ, ਉੱਦੇ ਬਰਾਬਰ ਬਹਿ ਗਏ। ਜੇ 1 ਤਰੀਕ ਤੋਂ ਅਸੀਂ ਰੇਲਾਂ ਰੋਕਣ ਦਾ ਅਣਮਿੱਥੇ ਸਮੇਂ ਤੱਕ ਤਾਂ ਅਣਮਿੱਥੇ ਸਮੇਂ ਤੇ ਬੈਠੇ ਆ, ਬਹਿ ਕੇ ਦਿਖਾਉਣ ਉਹ। ਕਿਉਂਕਿ ਉਹ ਇੱਕ ਦਿਖਾਵਾ ਕਰਨ ਗਏ ਸੀਗੇ। ਚੰਡੀਗੜ੍ਹ ਕੀ ਲੈਣ ਗਏ ਸੀ? ਉਹ ਚੰਡੀਗੜ੍ਹ ਦਾ ਮਤਲਬ ਹੀ ਨਹੀਂ ਜਾਣਦਾ ਉੱਥੇ, ਕਿ ਉਹ ਲੜਾਈ ਤਾਂ ਸਾਡੀ ਸੈਂਟਰ ਨਾਲ ਹੈ। ਉਹ ਕੈਪਟਨ ਕੰਨੀ ਆਉਂਦੇ, ਕੈਪਟਨ ਉਹਨਾਂ ਨੂੰ ਇੰਦੀ ਜਾਂਦਾ, ਉਹਨਾਂ ਨੂੰ ਇੰਦੀ ਜਾਂਦਾ। ਜੇ ਚੱਲਣਾ ਤਾਂ ਦਿੱਲੀ ਵੱਲ ਨੂੰ ਕਰਨ ਉਹ ਮਾਰਚ, ਜੇ ਕੁਛ ਕਰਨਾ ਹੀ ਲੜਨਾ ਤਾਂ ਦਿੱਲੀ ਸਰਕਾਰ ਨਾਲ ਲੜਨ। ਕਿਉਂ ਤਾਂ ਉੱਧਰੋਂ ਵੀ ਅਸੀਂ ਲੈ ਲੱਸੀ ਲਿਜਾਣੀ, ਲੈ ਬਲਣੀ ਲੁਕਾਉਣੀ, ਵੀ ਲੈ ਅਸੀਂ ਸੈਂਟਰ ਦੇ ਨਾਲੋਂ ਮਾੜਾ ਜਿਹਾ ਉਹ ਕਰ ਲਈਏ ਤੇ ਲੜਾਈ ਸਾਡੀ ਕੈਪਟਨ ਨਾਲ। ਇਹ ਤਾਂ ਨਹੀਂ ਹੋ ਸਕਦਾ, ਦੋ ਤਾਂ ਹੋ ਨਹੀਂ ਸਕਦੇ ਹੁੰਦੇ। ਇਸ ਕਰਕੇ ਜੇ ਲੜਾਈ ਲੜਨੀ ਹੈ ਤਾਂ ਸੈਂਟਰ ਸਰਕਾਰ ਕੰਨੀ ਸਾਨੂੰ ਮੂੰਹ ਕਰਨਾ ਪੈਣਾ ਗਾ। ਜਿਸ ਤਰ੍ਹਾਂ ਕੱਲ੍ਹ ਉਹ ਚੰਡੀਗੜ੍ਹ ਗਏ ਸੀ, ਉੱਥੇ ਚੰਡੀਗੜ੍ਹ ਪੁਲਿਸ ਵੱਲੋਂ ਪਾਣੀ ਦੀਆਂ ਬਛਾਰਾਂ ਮਾਰੀਆਂ ਗਈਆਂ, ਡਾਂਗ ਵੀ ਫੇਰੀ ਗਈ ਹੈ। ਤੁਹਾਨੂੰ ਲੱਗਦਾ ਨਹੀਂ ਅਕਾਲੀ ਦਲ ਡਰਾਮੇਬਾਜ਼ੀ ਕਰ ਰਿਹਾ ਹੈ? ਡਰਾਮੇਬਾਜ਼ੀ ਹੈ, ਕਿਉਂਕਿ ਉੱਥੇ ਤਾਂ ਮੰਨ ਲਓ ਜੇ ਹੁਣ ਉਹੀ ਕਰਨਾ ਹੁੰਦਾ ਸਰਕਾਰ ਨੇ ਮੱਥਣੀ ਹੁੰਦੀ, ਉਹ ਤਾਂ ਫਿਰ ਇੱਥੇ ਵੀ ਉਹਨਾਂ ਨੇ ਤੈਅ ਕਰਕੇ ਹੀ ਗਏ ਸੀ ਉਹ ਵੀ ਅਸੀਂ ਉੱਥੇ ਆਵਾਂਗੇ, ਸਾਨੂੰ ਉੱਥੇ ਰੋਕਿਓ ਤੁਸੀਂ। ਕਿਉਂਕਿ ਪਹਿਲਾਂ ਤੋਂ ਹੀ ਕਰਦੀਆਂ ਰਾਸ਼ਟਰੀ ਪਾਰਟੀਆਂ, ਚਾਹੇ ਉਹ ਰਾਹੁਲ ਗਾਂਧੀ ਹੈ ਚਾਹੇ ਕੋਈ ਵੀ, ਉੱਥੇ ਵੀ ਸਾਨੂੰ ਘੇਰਿਓ, ਅਸੀਂ ਉੱਥੋਂ ਤੱਕ ਕਿਰਾਂ ਪਹੁੰਚ ਜਾਾਂਗੇ। ਉੱਥੇ ਲਾਠੀ ਚਾਰਜ ਤਾਂ ਮੇਰੇ ਵਰਗਿਆਂ 'ਤੇ ਹੀ ਹੋਇਆ, ਉਹਨਾਂ ਤਾਂ ਹੋਈ ਨਹੀਂ ਕਿਸੇ ਤੇ, ਨਾ ਉਹਨਾਂ ਦੇ ਕਿਸੇ ਦੇ ਧੱਕਾ ਮੁੱਕੀ ਹੋਈ ਹੈ, ਕਿਉਂ ਉਹ ਤਾਂ ਸੁਰੱਖਿਅਤ ਨੇਗੇ। ਲਾਠੀ ਚਾਰਜ ਹੋਇਆ ਤਾਂ ਮੇਰੇ ਵਰਗੇ ਆਮ ਕਿਸਾਨ ਆ ਵਿਚਾਰੇ, ਉਹ ਕੁੱਟੇ ਕੱਟੇ ਗਏ। ਇਸ ਕਰਕੇ ਉਹਨਾਂ ਨੂੰ ਤਾਂ ਕੋਈ, ਉਹ ਤਾਂ ਡਰਾਮਾ ਕਰ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਵੀ ਰਾਤ ਦਾ ਸਮਾਂ ਵੀ ਆਪਦੇ ਪਰਿਵਾਰ 'ਚ ਬੈਠੀਏ, ਜਾ ਕੇ ਸੌਈਏ, ਤੇ ਇੱਥੇ ਮੱਛਰ 'ਚ ਬੈਠੇ ਹੋ ਤੁਸੀਂ? ਹਾਂ ਠੀਕ ਹੈ, ਸਾਨੂੰ ਲੱਗਦਾ ਵੀ ਅਸੀਂ ਵੀ ਕੂਲਰਾਂ ਦੇ ਥੱਲੇ, ਏਸੀਆਂ ਦੇ ਥੱਲੇ ਜਾਂ ਪੱਖਿਆਂ ਦੇ ਥੱਲੇ ਜਾ ਕੇ ਪਈਏ ਪਰਿਵਾਰਾਂ ਦੇ ਵਿੱਚ। ਪਰ ਆਹ ਕਿਸਾਨ ਆ ਜਿਹੜੇ, ਇਹ ਵੀ ਕਿਸੇ ਦੇ ਮਾਂ ਦੇ ਜਾਏ ਨੇ, ਅਸੀਂ ਵੀ ਕਿਸੇ ਦੇ ਜਾਏ ਆ, ਪਰ ਅਸੀਂ ਕਿਸੇ ਦੇ ਵਾਰਸ ਵੀ ਆ। ਅਸੀਂ ਉਹ ਭਗਤ ਸਿੰਘ ਹੋਰਾਂ ਦੇ ਵਾਰਸਾਂ, ਗਦਰੀ ਬਾਬਿਆਂ ਦੇ ਵਾਰਸਾਂ। ਉਹਨਾਂ ਦੀ ਮਤਲਬ ਪ੍ਰੇਰਨਾ ਸਦਕਾ ਕੁਛ ਮੰਜ਼ਿਲ ਨੂੰ ਲੈ ਕੇ ਚੱਲੇ ਆ ਵੀ ਕਿਸਾਨਾਂ ਦੀ ਕੁਛ ਜਿਹੜੇ ਕਰਜ਼ੇ ਤੋਂ ਮੁਕਤੀ ਹੋਵੇ, ਉਹਨਾਂ ਦੇ ਫਸਲਾਂ ਦੇ ਭਾਅ ਮਿਲਣ। ਜਿਹੜੀਆਂ ਸਰਕਾਰਾਂ ਤਰ੍ਹਾਂ ਤਰ੍ਹਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਕਾਲੇ ਕਾਨੂੰਨ ਬਣਾ ਰਹੀਆਂ, ਇਹਨਾਂ ਨੂੰ ਰੱਦ ਕਰਾਉਣ ਵਾਸਤੇ ਤਾਂ ਫਿਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹੈਗਾ। ਲੈਣਾ ਤੇ ਵੀ ਪੈਣਾ ਹੈ, ਉਹ ਠੰਡ ਦੇ ਵਿੱਚ ਵੀ ਪੈਣਾ ਪਊਗਾ, ਉਹ ਗਰਮੀ ਵੀ ਝੱਲਣੀ ਪਊ। ਇਹ ਤੋਂ ਅਸੀਂ ਕਦੇ ਨਹੀਂ ਡੋਲਦੇ, ਨਾ ਡੋਲੀਏ, ਨਾ ਸਾਡੇ ਵੱਡ ਵਡੇਰੇ ਡੋਲੇ ਨੇ ਕਦੇ। ਜਿਸ ਤਰ੍ਹਾਂ ਇਹ ਮਾਨਸਾ ਜ਼ਿਲ੍ਹਾ ਹੈ, ਕਾਫੀ ਮਸ਼ਹੂਰ ਜ਼ਿਲ੍ਹਾ ਮੰਨਿਆ ਜਾਂਦਾ ਪੰਜਾਬ ਦੇ ਵਿੱਚ, ਇੱਥੇ ਖੁਦਕੁਸ਼ੀਆਂ ਵੀ ਬਹੁਤ ਕਰ ਰਹੇ ਨੇ ਕਿਸਾਨ ਕਰਜ਼ੇ ਨੂੰ ਲੈ ਕੇ। ਤੁਹਾਨੂੰ ਲੱਗਦਾ ਨਹੀਂ ਸਾਰਾ ਸਰਕਾਰਾਂ ਦੀ ਦੇਣ ਹੈ ਇਹ? ਤਾਂ ਹੈ ਹੀ ਹੈ। ਹੁਣ ਜਿਵੇਂ ਪਹਿਲਾਂ ਖੁਦਕੁਸ਼ੀਆਂ ਕਰਦੇ ਆ ਰੋਜ਼ਾਨਾ, ਕਿੰਨੇ ਕਿਸਾਨ ਆ ਜਿਹੜੇ ਅਸੀਂ ਉਹ ਠੀਕ ਨਹੀਂ ਸਮਝਦੇ, ਕਿਉਂਕਿ ਅਸੀਂ ਕਹਿੰਦੇ ਆ ਵੀ ਲੜਾਈ ਦੇ ਰਾਹ ਪੈਣਾ ਚਾਹੀਦਾ। ਸਾਡੇ ਧਰਮ ਦੇ ਵਿੱਚ ਕੋਈ ਵੀ ਕਿਸੇ ਵੀ ਧਰਮ ਨੂੰ ਮੰਨਦਾ ਹੈ, ਉਹ ਖੁਦਕੁਸ਼ੀ ਦਾ ਮੰਨ ਲਓ ਵੇਰਵੇ ਹੀ ਨਹੀਂ ਆਉਂਦਾ, ਉਹ 'ਚ ਵੀ ਖੁਦਕੁਸ਼ੀ ਕਰਕੇ ਵੀ ਅਸੀਂ ਜਿਹੜੀਆਂ ਲੜਾਈਆਂ ਪ੍ਰਾਪਤ ਕੀਤੀਆਂ ਉਹ ਇਸ ਹੋਣ। ਦੂਸਰਾ, ਜਿਵੇਂ ਕਰਜ਼ੇ ਦੇ ਕਾਰਨ ਕਿਸਾਨ ਕਰਜ਼ਾ ਵੱਧਦਾ ਜਾ ਰਿਹਾ। ਕੈਪਟਨ ਸਰਕਾਰ ਨੇ ਵੀ ਕਿਹਾ ਸੀ ਵੀ 2 ਲੱਖ ਦਾ ਵਾਅਦਾ ਕਰਾਂਗੇ, ਸਰਕਾਰ ਤੁਹਾਡੀ ਗੱਲ ਸੁਣੂਗੀ, ਪਰ ਕਿਸਾਨਾਂ ਸੋਚਦੇ ਵੀ ਸ਼ਾਇਦ ਅੱਜ ਐਤਕੀ ਕਰਿਆ, ਕੱਲ੍ਹ ਕਰਿਆ, ਅੱਜ ਕਰਿਆ। ਇਸੇ ਤਰ੍ਹਾਂ ਸੈਂਟਰ ਸਰਕਾਰ ਨੇ ਵੀ, ਮੋਦੀ ਸਰਕਾਰ ਨੇ ਵੀ ਕਿਹਾ ਸੀ 15-15 ਲੱਖ ਦੇਵਾਂਗੇ। ਕਿਸਾਨ ਉੱਥੋਂ ਤੱਕ ਫੇਰ ਸੋਚਦੇ ਆ ਵੀ ਸ਼ਾਇਦ ਅੱਜ ਹੋਇਆ, ਸਵੇਰੇ ਹੋਇਆ। ਇਸ ਕਾਰਨ ਉਹ ਕਰਜ਼ਾ ਜਿਹੜਾ ਹੋਰ ਚੜ੍ਹੀ ਜਾਂਦਾ, ਕਿਸਾਨ ਪਰੇਸ਼ਾਨੀ ਦੇ ਵਿੱਚ, ਉਹ ਖੁਦਕੁਸ਼ੀਆਂ ਦੇ ਰਾਹ ਪੈ ਪਿਆ। ਜਿਸ ਕਰਕੇ ਸਰਕਾਰ ਕੋਈ ਵੀ ਕਿਸਾਨਾਂ ਵੱਲ, ਕੋਈ ਵੀ ਜਿਹੜੀ ਸਰਕਾਰ ਆਈ ਹੈ ਕਿਸਾਨਾਂ ਵੱਲ ਨਹੀਂ ਸੋਚ ਰਹੀ। ਇਸ ਕਾਰਨ ਅਸੀਂ ਨਹੀਂ ਠੀਕ ਮੰਨਦੇ ਵੀ ਕਿਸਾਨ ਆ ਜਿਹੜੇ ਖੁਦਕੁਸ਼ੀਆਂ ਕਰਨ। ਧਰਨਿਆਂ ਦੇ ਵਿੱਚ ਵੀ ਜਾ ਕੇ ਖੁਦਕੁਸ਼ੀਆਂ ਕਰ ਜਾਂਦੇ। ਇਹ ਸਾਡੇ ਲਈ ਬਹੁਤ ਮੰਦਭਾਗੀ ਗੱਲ ਹੈ ਜਥੇਬੰਦੀਆਂ ਵਾਸਤੇ, ਵੀ ਕਿਸਾਨ ਆ ਜਿਹੜੇ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਰਾਹ ਪੈਣ। ਜਿਸ ਤਰ੍ਹਾਂ ਇਹ ਰਾਤ ਦੇ ਸਮੇਂ ਵਿੱਚ ਨੌਜਵਾਨ ਵੀ ਇੱਥੇ ਪਹੁੰਚੇ ਹੋਏ ਨੇ, ਨੌਜਵਾਨ ਤਾਂ ਕਹਿ ਨਹੀਂ ਸਕਦੇ, ਬੱਚੇ ਵੀ ਕਹਿ ਸਕਦੇ ਆ, ਬੱਚਿਆਂ ਦੀ ਟਾਈਪ ਇਹ ਨੌਜਵਾਨ ਹੈ। ਇਹਨਾਂ ਨਾਲ ਵੀ ਗੱਲ ਕਰਦੇ ਆ।
ਜਿਸ ਤਰ੍ਹਾਂ ਤੁਸੀਂ ਇਸ ਤਪਦੀ ਗਰਮੀ ਦੇ ਵਿੱਚ ਲਾਈਨਾਂ ਦੇ ਉੱਪਰ ਬੈਠੇ ਹੋ, ਆਪਦੇ ਡੈਡੀ ਨਾਲ ਆਏ ਹੋ, ਆਪਦੇ ਪਿਤਾ ਜੀ ਨਾਲ ਆਏ ਹੋ, ਤੁਹਾਨੂੰ ਲੱਗਦਾ ਵੀ ਇਹ ਆਰਡੀਨੈਂਸ ਬਿੱਲ ਜਿਹੜਾ ਰੱਦ ਹੋ ਜਾਊਗਾ? ਦੇਖੋ ਜੀ, ਜਿਹੜਾ ਇਹ ਆਰਡੀਨੈਂਸ ਆ ਜਿਹੜਾ ਕੇਂਦਰ ਸਰਕਾਰ ਨੇ ਲਿਆਂਦਾ, ਬੀਜੇਪੀ ਨੇ, ਮੋਦੀ ਸਰਕਾਰ ਨੇ, ਇਹ ਮੋਦੀ ਸਰਕਾਰ ਬਾਰ-ਬਾਰ ਇਹ ਗੱਲ ਕਹਿ ਰਹੀ ਹੈ ਕਿ ਜਿਹੜਾ ਇਹ ਬਿੱਲ ਹੈ ਕਿਸਾਨਾਂ ਵਾਸਤੇ ਫਾਇਦੇਮੰਦ ਹੈ। ਪਰ ਤੁਸੀਂ ਇਹ ਸੋਚੋ ਕਿ ਕਿਸਾਨ ਇੰਨਾ ਮੂਰਖ ਨਹੀਂ ਕਿ ਕਿਸੇ ਤੇ ਭੜਕਾਇਆ ਭੜਕ ਜਾਏਗਾ, ਕਿ ਜਿਵੇਂ ਕਹਿ ਰਹੇ ਨੇ ਕਿ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਇਹਨਾਂ ਨੂੰ ਭੜਕਾ ਰਹੀਆਂ ਨੇ। ਇੱਥੇ ਸਾਡੇ ਵੀਰ ਬੈਠੇ ਹੋਣੇ ਜਿਨ੍ਹਾਂ ਨੂੰ 50-50, 60-60 ਸਾਲ ਖੇਤੀ ਕਰਦੇ ਹੋ ਗਏ। ਤੁਸੀਂ ਸੋਚੋ ਕਿ ਇਹ ਕਿਸਾਨ ਮੂਰਖ ਨੇ ਜਿਹੜੇ ਕਿਸੇ ਦੇ ਮਗਰ ਲੱਗ ਕੇ ਇੱਥੇ ਬੈਠੇ ਨੇ। ਇੱਥੇ ਰੇਲਾਂ ਰੋਕਣ ਨੂੰ, ਕਿਸੇ ਦਾ ਧੁੱਪੇ ਬੈਠਣ ਨੂੰ, ਗਰਮੀ 'ਚ ਬੈਠਣ ਨੂੰ ਜੀ ਨਹੀਂ ਕਰਦਾ ਹੁੰਦਾ। ਇਹ ਸਰਕਾਰਾਂ ਮਜਬੂਰ ਕਰ ਦਿੰਦੀਆਂ ਨੇ। ਅਤੇ ਇਹ ਆਰਡੀਨੈਂਸ ਆ ਜਿਹੜਾ, ਇਹ ਤਾਂ ਅਸੀਂ ਰੱਦ ਕਰਾ ਕੇ ਰਹਾਂਗੇ। ਜੇ ਇਸ ਤਰ੍ਹਾਂ ਨਾਲ ਸਰਕਾਰ ਨੇ ਕੀਤਾ, ਨਰਮੀ ਨਾਲ ਧੌਣ 'ਤੇ ਗੋਡਾ ਰੱਖ ਕੇ ਵੀ ਕਰਾ ਲਾਂਗੇ, ਕੋਈ ਵੱਡੀ ਗੱਲ ਨਹੀਂ। ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ, ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਆ। ਉਹਨਾਂ ਨੇ ਸਾਨੂੰ ਪੈਲੀਆਂ ਦਵਾਈਆਂ ਨੇ, ਜ਼ਮੀਨਾਂ ਦੇ ਹੱਕ ਦਿੱਤੇ ਨੇ। ਉਹ ਜ਼ਮੀਨਾਂ ਦੇ ਹੱਕ ਅਸੀਂ ਖੁਸਣ ਨਹੀਂ ਦਿੰਦੇ। ਅਤੇ ਇਹ ਕੰਪਨੀਆਂ ਦੇ ਤਲਵੇ ਚੱਟਣ ਵਾਲੇ ਮੋਦੀ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ। ਉਹ ਅੱਗੇ ਵੇਲਾ ਹੁੰਦਾ ਸੀ ਕਿ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ, ਕਿਸਾਨ ਭੋਲੇ ਹੁੰਦੇ ਸੀ ਜਾਂ ਅਨਪੜ੍ਹ ਹੁੰਦੇ ਸੀ, ਉਹਨਾਂ ਨੂੰ ਇੰਨਾ ਗਿਆਨ ਨਹੀਂ ਸੀ ਹੁੰਦਾ ਅਤੇ ਉਹ ਜਿਵੇਂ ਕੋਈ ਉਹਨਾਂ ਨੂੰ ਕਹਿ ਦਿੰਦਾ ਉਵੇਂ ਕਰ ਲੈਂਦੇ। ਪਰ ਹੁਣ ਕਿਸਾਨ ਸਿਆਣਾ ਹੋ ਚੁੱਕਿਆ। ਹੁਣ ਅਸੀਂ ਧੱਕੇ ਨਾਲ ਧੌਣ 'ਤੇ ਗੋਡਾ ਰੱਖ ਕੇ ਇਹਨਾਂ ਤੋਂ ਬਿੱਲ ਵਾਪਸ ਕਰਾ ਲਾਂਗੇ। ਦੇਖਿਆ ਤੁਸੀਂ ਕਿੰਨਾ ਰੋਸ ਹੈ ਇਸ ਨੌਜਵਾਨ ਦੇ ਵਿੱਚ, ਇਹਦੀਆਂ ਅੱਖਾਂ ਦੇ ਵਿੱਚ ਕਿੰਨਾ ਦਰਦ ਹੈ। ਕਿਸਾਨਾਂ ਦੀ ਇਹ ਹਰ ਇੱਕ ਗੱਲ ਸਮਝਦੇ ਨੇ। ਤੁਸੀਂ ਦੇਖ ਸਕਦੇ ਹੋ ਕਿੰਨਾ ਗਰਮ ਬੋਲਿਆ ਇਹ ਬੱਚਾ, ਕਿੰਨਾ ਦੁੱਖ ਸੀ ਇਹਦੇ ਮਨ ਦੇ ਵਿੱਚ। ਸਾਡੇ ਨਾਲ ਹੋਰ ਵੀ ਆਗੂ ਨੇ ਜਿਨ੍ਹਾਂ ਨਾਲ ਗੱਲ ਕਰਦੇ ਹਾਂ। ਜਿਸ ਤਰ੍ਹਾਂ ਦਾ ਜੀ ਇਹ ਬਿੱਲ ਪਾਸ ਹੋਇਆ ਹੈਗਾ, ਤੁਸੀਂ ਵੀ ਇਹਨਾਂ ਦੀ ਹਮਾਇਤ 'ਤੇ ਆਏ ਹੋਏ ਹੋ, ਤੁਹਾਨੂੰ ਲੱਗਦਾ ਵੀ ਇਹ ਰੱਦ ਹੋ ਜੂਗਾ ਜੀ? ਮੈਂ ਪਹਿਲੀ ਬੇਨਤੀ ਇਹ ਕਰਨੀ ਚਾਹੁੰਦਾ ਹਾਂ ਕਿ ਇੱਕ ਲੜਾਈ ਸੀ ਜਿਹੜੀ ਦੇਸ਼ ਦੀ ਆਜ਼ਾਦੀ ਦੀ ਲੜਾਈ ਸੀ, ਔਰ ਹੁਣ ਜਿਹੜੀ ਹੈ ਇੱਕ ਸਿਸਟਮ ਦੇ ਖਿਲਾਫ ਅਸੀਂ ਦੂਸਰੀ ਲੜਾਈ ਦੀ ਜੰਗ ਜਿਹੜੀ ਹੈ ਉਹ ਸ਼ੁਰੂ ਕਰ ਚੁੱਕੇ ਹਾਂ। ਕਿਉਂਕਿ ਇਸ ਮਾਮਲੇ ਦੇ ਵਿੱਚ ਜਿਹੜੀ ਲੜਾਈ ਸਾਡੀ ਇਕੱਲੇ ਮੋਦੀ ਨਾਲ ਨਹੀਂ, ਸਾਡੀ ਲੜਾਈ ਜਿਹੜੀ ਹੈ ਇੱਕ ਸਿਸਟਮ ਦੇ ਨਾਲ ਹੈ। ਔਰ ਸਿਸਟਮ ਜਿਹੜਾ ਹੈ ਉਹ ਅੰਬਾਨੀ ਅਡਾਨੀਆਂ ਦਾ ਹੈ। ਕਿਉਂਕਿ ਚਾਹੇ ਮਨਮੋਹਨ ਸਿੰਘ ਹੋਵੇ, ਚਾਹੇ ਮੋਦੀ ਸਰਕਾਰ ਹੋਵੇ, ਗੱਲ ਇਹਨਾਂ ਨੇ ਧਰਮ ਜਾਤਾਂ ਦੀ ਕਰਕੇ ਤੇ ਮੁਨਾਫਾ ਜਿਹੜਾ ਉਹ ਅੰਬਾਨੀ ਅਡਾਨੀਆਂ ਨੂੰ ਦੇਣਾ ਹੈ। ਔਰ ਪਹਿਲਾਂ ਕਾਂਗਰਸ ਨੇ ਇਹ ਕੀਤਾ ਤੇ ਹੁਣ ਮੋਦੀ ਸਰਕਾਰ ਕਰ ਰਹੀ ਹੈ। ਔਰ ਮੈਂ ਬੇਨਤੀ ਇਹ ਕਰਨੀ ਚਾਹੁੰਦਾ, ਪਹਿਲਾਂ ਤਾਂ ਮੇਰੇ ਅਕਾਲੀ ਭਰਾਵਾਂ ਨੂੰ, ਕਿ ਜੇ ਸੱਚੀ ਮੁੱਚੀ ਬਾਦਲ ਸਾਹਿਬ ਕਿਸਾਨਾਂ ਦੇ ਮਸੀਹਾ ਕਹਾਉਂਦੇ ਆ, ਅਸੀਂ ਇਸ ਚੀਜ਼ ਦਾ ਪਹਿਲਾਂ ਰੌਲਾ ਵੀ ਪਾਇਆ ਔਰ ਉਹਨਾਂ ਨੂੰ ਮਜਬੂਰ ਕੀਤਾ ਕਿ ਜੇ ਸੱਚੀ ਮੁੱਚੀ ਕਿਸਾਨਾਂ ਦੀ ਲੜਾਈ ਲੜਨੀ ਹੈ ਤਾਂ ਪਹਿਲਾਂ ਜਿਹੜੇ ਉਹਨਾਂ ਦੇ ਕੌਲੀ ਝੱਟ ਹੈ ਉੱਥੋਂ ਰਾਜ ਸੱਤਾ ਦੇ ਵਿੱਚੋਂ ਅਸਤੀਫਾ ਨਹੀਂ ਦੇਣਾ, ਇਕੱਲਾ ਇੱਥੇ ਆ ਕੇ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਬੈਠੋ, ਤਾਂ ਅਸੀਂ ਜਿਹੜਾ ਕਿਸਾਨਾਂ ਦੇ ਤੁਹਾਨੂੰ ਹਮਦਰਦ ਮੰਨਾਂਗੇ। ਔਰ ਦੂਸਰੀ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਇੱਕ ਉਹ ਕਹਾਵਤ ਬਣੀ ਹੋਈ ਹੈ ਕਿ ਅੱਜ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾ ਉਹ ਹੈ ਕਿ ਇੱਕ ਸਿਆਣੀ ਮਾਈ ਸੀ ਪਿੰਡ ਦੀ, ਜ਼ਿਮੀਂਦਾਰਾਂ ਦੀ ਵਿਚਾਰੀ ਬੁੜੀ ਸੀ। ਉਹ ਔਰਤ ਜਿਹੜੀ ਹੈ ਉਹਨੂੰ ਪੇਕਿਆਂ ਦੇ ਤੌਰ 'ਤੇ ਇੱਕ ਕੁੱਜਾ ਜਿਹੜਾ ਨਾ ਉਹ ਮਿਲਿਆ ਹੋਇਆ ਸੀ, ਔਰ ਉਹਨੇ ਬੜੇ ਸਤਿਕਾਰ ਦੇ ਨਾਲ ਉਹ ਰੱਖਿਆ ਹੋਇਆ ਸੀ, ਤੇ ਨਾਲ ਹੀ ਇੱਕ ਉਹਨੇ ਘਰੇ ਮੇਮਣਾ ਰੱਖਿਆ ਹੋਇਆ ਸੀ। ਉਹ ਮੇਮਣਾ ਜਿਹੜਾ ਮੇਮਣੇ ਨੇ ਕੁੱਜੇ 'ਚ ਸਿਰ ਫਸਾ ਲਿਆ। ਹੁਣ ਉਹ ਦੇਖ ਰਹੀ ਹੈ ਵੀ ਜੇ ਕੁੱਜਾ ਫੁੱਟਦਾ ਹੈ ਤਾਂ ਮੇਰੀ ਜਿਹੜੀ ਹੈ ਮੇਰਾ ਪਿਆਰ ਜਾਂਦਾ ਹੈ, ਕਿਉਂਕਿ ਕੁੱਜਾ ਫੁੱਟ ਜਾਣਾ, ਮੇਰੇ ਪੇਕਿਆਂ ਦਾ ਸਤਿਕਾਰ ਜਾਂਦਾ ਹੈ। ਤੇ ਜੇ ਇਹਦੇ 'ਚ ਉਹ ਹੁੰਦਾ ਤਾਂ ਫਿਰ ਉਹਨੇ ਰਾਇ ਕੀਤੀ, ਉਹਦੇ ਪੇਕੇ ਉਹਨੂੰ ਉਹਦੇ ਬੱਚੇ ਕਹਿਣ ਲੱਗੇ ਵੀ ਜੇ ਕੁੱਜਾ ਬਚਾਉਣਾ ਤਾਂ ਫਿਰ ਇਹਦੀ ਧੌਣ ਵੱਢਣੀ ਪੈਣੀ ਹੈ। ਉਹ ਅਖੀਰ ਫੈਸਲਾ ਇਹ ਲਿਆ ਗਿਆ ਪਰਿਵਾਰ ਵੱਲੋਂ ਵੀ ਆਪਾਂ ਕੁੱਜੇ ਨੂੰ ਬਰਕਰਾਰ ਰੱਖਣਾ ਹੈ। ਤੇ ਜਦੋਂ ਉਹਨਾਂ ਨੇ ਕੁੱਜੇ ਨੂੰ ਬਰਕਰਾਰ ਰੱਖਣ ਵਾਸਤੇ ਮੇਮਣੇ ਦਾ ਗਲ ਵੱਢਿਆ ਗਿਆ, ਜਦੋਂ ਗਲ ਵੱਢ ਕੇ ਲੇਕਿਨ ਉਹ ਕੁੱਜੇ ਦੇ ਵਿੱਚ ਫੇਰ ਰਿਹਾ, ਫਿਰ ਉਹ ਬੋਲਦੀ ਹੈ ਵੀ ਇਹਨਾਂ ਦੇ ਵਿੱਚੋਂ ਤਾਂ ਕੁਛ ਨਹੀਂ ਰਹਿਣਾ, ਤਾਂ ਉਹਨਾਂ ਨੇ ਅਖੀਰ ਜਿਹੜਾ ਉਹ ਗਾਲਾ ਇਕੱਲਾ ਉਹ ਦੋਨਾਂ ਦਾ ਗਲ ਰਿਹਾ। ਔਰ ਮੈਂ ਇਹ ਕਹਿਣਾ ਚਾਹੁੰਦਾ, ਅੱਜ ਅਕਾਲੀ ਭਰਾ ਨੇ, ਅੱਜ ਆਮ ਪਾਰਟੀ ਵਾਲੇ ਆ, ਅੱਜ ਕਾਂਗਰਸ ਵਾਲੇ ਆ, ਔਰ ਤਿੰਨਾਂ ਨੂੰ ਉਹ ਸਿਆਣੀ ਮਾਈ ਵਾਂਗੂ ਇਹ ਲੱਗ ਰਿਹਾ ਹੈ ਵੀ ਸਾਥੋਂ ਵੱਧ ਜਿਹੜਾ ਹਮਾਇਤੀ ਕਿਸਾਨਾਂ ਦਾ ਕੋਈ ਨਹੀਂ। ਅਸਲ ਦੇ ਵਿੱਚ ਇਹ ਹੈ ਨਾ ਇਹ ਲੋਕਾਂ ਦੇ ਬਣ ਸਕੇ ਹੈ ਔਰ ਨਾ ਇਹ ਜਿਹੜਾ ਲੋਕਾਂ ਦੀ ਅਗਵਾਈ ਕਰ ਸਕੇ ਹੈ। ਇਹ ਕੇਵਲ ਅਗਵਾਈ ਜਿਹੜੀ ਹੈ ਔਰ ਉਹਨਾਂ ਦੇ ਕਹਿਣ 'ਤੇ ਕਰ ਰਿਹਾ, ਸਰਮਾਏਦਾਰਾਂ ਦੀ ਕਰ ਰਹੇ ਨੇ।
ਅਗਲੀ ਮੈਂ ਬੇਨਤੀ ਇੱਕੋ ਹੀ ਕਹਿਣੀ ਚਾਹੁੰਦਾ ਕਿ ਇਹ ਲੜਾਈ ਦਾ ਦੌਰ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ ਔਰ ਜਦੋਂ ਲੋਕ ਉੱਠਦੇ ਆ, ਆਵਾਮ ਉੱਠਦਾ ਹੈ, ਤਾਂ ਆਵਾਮ ਦੇ ਅੱਗੇ ਜਿਹੜੀਆਂ ਸਰਕਾਰਾਂ ਕੋਈ ਮਾਇਨਾ ਨਹੀਂ ਰੱਖਦੀਆਂ। ਇਹ ਮੋਦੀ ਸਾਹਿਬ ਮੱਤ ਭੁਲੇਖੇ 'ਚ ਰਹਿਣ ਕਿ ਇੱਕ ਚਾਹ ਵੇਚਣ ਵਾਲਾ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਿਹੜੇ ਲੋਕਾਂ ਨੇ ਗਲਤੀ ਕਰਕੇ ਇੱਕ ਚਾਹ ਵੇਚਣ ਵਾਲਾ ਕਦੇ ਉਹਦੀ ਡਿਗਰੀਆਂ ਦੇ ਜ਼ਿਕਰ ਹੁੰਦਾ ਹੈ ਤੇ ਕਦੇ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਆਉਂਦਾ ਤੇ ਕਦੇ ਆਪਦੇ ਆਪ ਨੂੰ ਫਕੀਰ ਦੱਸਦਾ ਹੈ। ਮੈਂ ਅੰਤ ਦੇ ਵਿੱਚ ਇਹ ਸਾਡੀਆਂ ਸੰਘਰਸ਼ੀਲ ਜਥੇਬੰਦੀਆਂ ਪੰਜਾਬ ਦੀਆਂ 31 ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਜਿੰਨਾ ਸਮਾਂ ਇਹ ਲੜਾਈ ਅਸੀਂ ਜਿੱਤਦੇ ਨਹੀਂ, ਆਰਡੀਨੈਂਸ ਵਾਪਸ ਨਹੀਂ ਹੁੰਦਾ, ਉਹਨਾਂ ਸਿਰੇ ਲੜਾਈ ਜਿਹੜੀ ਆ ਲੜੀ ਜਾਏਗੀ। ਮੈਂ ਅੰਤ ਦੇ ਵਿੱਚ ਇੱਕੋ ਹੀ ਗੱਲ ਕਰਾਂ ਕਿ ਜਿੰਨੇ ਵੀ ਅਸੀਂ ਲੋਕ ਬੈਠੇ ਆ ਕਿ ਯਾਰ ਅੱਜ ਦਾ ਸਮਾਂ ਇਹ ਬਣਿਆ ਕਿ ਛੜੇ ਬੰਦੇ ਨੂੰ ਲੋਕ ਇੱਕ ਕਿਰਾਏ ਦਾ ਮਕਾਨ ਜਿਹੜਾ ਹੈ ਕਮਰਾ ਕਿਰਾਏ 'ਤੇ ਨਹੀਂ ਦਿੱਤਾ ਔਰ ਜਿਹੜੇ ਲੋਕਾਂ ਨੇ ਉਹਨੂੰ ਦੇਸ਼ ਸੰਭਾਇਆ ਔਰ ਅੱਜ ਉਹ ਨੀਤੀਆਂ ਦਾ ਸਿੱਟਾ ਹੈ ਔਰ ਉਹਨਾਂ ਲੋਕਾਂ ਦੀ ਦੇਣ ਹੈ। ਲੇਕਿਨ ਗਲਤੀ ਕੁਝ ਲੋਕਾਂ ਨੇ ਕੀਤੀ ਹੈ ਤੇ ਸੰਤਾਪ ਜਿਹੜਾ ਅੱਜ ਪੂਰਾ ਦੇਸ਼ ਹੰਢਾ ਰਿਹਾ ਔਰ ਮੈਂ ਸਮੁੱਚੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਾਤਾਂ ਧਰਮਾਂ ਨੂੰ ਛੱਡ ਕੇ, ਠੀਕ ਹੈ, ਇੱਕ ਸਮਾਂ ਆਏਗਾ ਅਸੀਂ ਆਪਣੇ ਧਰਮ ਤੇ ਕਾਇਮ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਲੇਕਿਨ ਜਦੋਂ ਕਿਸੇ ਦੀ ਪੱਗ ਨੂੰ ਹੱਥ ਪਾਉਣਗੇ ਤਾਂ ਮੋਦੀ ਸਾਹਿਬ ਸ਼ਾਇਦ ਨਾ ਬਚਣਗੇ ਔਰ ਇਹਦੇ ਵਿੱਚ ਜਿਹੜਾ ਜਿੱਤ ਇਹ ਸਾਡੇ ਕਿਸਾਨ ਜਥੇਬੰਦੀਆਂ ਦੀ ਹੋਏਗੀ, ਸਮੁੱਚੇ ਲੋਕਾਂ ਦੀ ਹੋਏਗੀ ਔਰ ਆਰਡੀਨੈਂਸ ਵਾਪਸ ਹੋਏਗਾ ਔਰ ਅਸੀਂ ਇਹਨਾਂ ਦੀ ਪੂਰੀ ਹਮਾਇਤ ਕਰਾਂਗੇ ਔਰ ਇਹ ਸਾਨੂੰ ਪੂਰਨ ਵਿਸ਼ਵਾਸ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਨੌਜਵਾਨ ਆਗੂ ਵੀ ਜਿਹੜੇ ਨੇਗੇ ਉਹ ਕਹਿ ਰਹੇ ਨੇ ਵੀ ਕਾਂਗਰਸ ਹੈ, ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਉਹਨਾਂ ਨੂੰ ਕਿਸਾਨਾਂ ਦੀ ਜੇ ਹਮਾਇਤ ਹੀ ਕਰਨੀ ਹੈ ਤਾਂ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਆ ਕੇ ਇਹਨਾਂ ਦੀ ਹਮਾਇਤ ਕਰਨ, ਇਹਨਾਂ ਨਾਲ ਜਿਹੜੀ ਆਹ ਰੇਲਵੇ ਟਰੈਕਾਂ ਦੇ ਉੱਪਰ ਬੈਠਣ, ਇਹ ਨਹੀਂ ਹੈਗਾ ਵੀ ਜਾ ਕੇ ਕਿਤੇ ਅਲੱਗ ਧਰਨੇ ਦੇਣ। ਕੈਮਰਾਮੈਨ ਪਵਨ ਦੇ ਨਾਲ ਸੰਜੀਵ ਲੱਕੀ, ਹਮਦਰਦ ਟੀਵੀ, ਮਾਨਸਾ। ਕਿਉਂਕਿ ਇਹ ਉਹ ਲੋਕਾਂ ਵਾਂਗੂ ਨਹੀਂ ਜਿਹੜੇ ਕੋਈ ਜਾ ਕੇ ਸੰਭੂ ਬੈਰੀਅਲ ਤੇ ਜਾਇਆ ਉੱਥੋਂ ਮੁੜਿਆ ਟਰੈਕਟਰ ਨੂੰ ਅੱਗ ਲਾਤੀ। ਇਹ ਮੋਦੀ ਨੂੰ ਵੀ ਭੁਲੇਖਾ ਹੈ ਵੀ ਇਹ ਕਿਸਾਨ ਹੌਲੀ ਹੌਲੀ ਥੱਕ ਜਾਣਗੇ, ਹੰਭ ਜਾਣਗੇ, ਵੀ ਘਰਾਂ ਨੂੰ ਚਲੇ ਜਾਣਗੇ। ਇਹ ਭੁਲੇਖਾ ਕੱਢਦੇ ਮੋਦੀ ਸਰਕਾਰ ਵੀ, ਕਿਉਂਕਿ ਅਸੀਂ ਗੋਲਡੀਆਂ ਲਵਾ ਕੇ ਹਟਾਂਗੇ। ਚੰਡੀਗੜ੍ਹ ਕੀ ਲੈਣਗੇ ਸੀ, ਉਹ ਚੰਡੀਗੜ੍ਹ ਦਾ ਮਤਲਬ ਹੀ ਨਹੀਂ ਜਾਣਦਾ ਉੱਥੇ। ਕੋਈ ਲੜਾਈ ਤਾਂ ਸਾਡੀ ਸੈਂਟਰ ਨਾਲ ਹੈ। ਉਹ ਕੈਪਟਨ ਕੰਨੀ ਆਉਂਦੇ, ਕੈਪਟਨ ਉਹਨਾਂ ਨੂੰ ਇੰਦੀ ਜਾਂਦਾ, ਉਹਨਾਂ ਨੂੰ ਇੰਦੀ ਜਾਂਦਾ। ਜੇ ਚੱਲਣਾ ਤਾਂ ਦਿੱਲੀ ਵੱਲ ਨੂੰ ਕਰਨ, ਉਹ ਮਾਰਚ ਜੇ ਕੁਛ ਕਰਨਾ ਹੀ ਲੜਨ, ਚਾਹੇ ਉਹ ਰਾਹੁਲ ਗਾਂਧੀ ਹੈ ਚਾਹੇ ਕੋਈ ਵੀ। ਉੱਥੇ ਵੀ ਸਾਨੂੰ ਘੇਰਿਓ, ਅਸੀਂ ਉੱਥੋਂ ਤੱਕ ਕਿਰਾਂ ਪਹੁੰਚ ਜਾਾਂਗੇ। ਉੱਥੇ ਲਾਠੀ ਚਾਰਜ ਤਾਂ ਮੇਰੇ ਵਰਗਿਆਂ 'ਤੇ ਹੀ ਹੋਇਆ, ਉਹਨਾਂ ਤਾਂ ਹੋਈ ਨਹੀਂ ਕਿਸੇ 'ਤੇ। ਤਲਵੇ ਚੱਟਣ ਵਾਲੇ ਮੋਦੀ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ। ਉਹ ਅੱਗੇ ਵੇਲਾ ਹੁੰਦਾ ਸੀ ਕਿ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ, ਕਿਸਾਨ ਭੋਲੇ ਹੁੰਦੇ ਸੀ ਜਾਂ ਅਨਪੜ੍ਹ ਹੁੰਦੇ ਸੀ, ਉਹਨਾਂ ਨੂੰ ਇੰਨਾ ਗਿਆਨ ਨਹੀਂ ਸੀ ਹੁੰਦਾ। ਪਰ ਹੁਣ ਕਿਸਾਨ ਸਿਆਣਾ ਹੋ ਚੁੱਕਿਆ। ਹੁਣ ਅਸੀਂ ਧੱਕੇ ਨਾਲ ਧੌਣ ਤੇ ਗੋਡਾ ਰੱਖ ਕੇ ਇਹਨਾਂ ਤੋਂ ਬਿੱਲ ਵਾਪਸ ਕਰਾਂਗੇ।